ਉਨਵਾਨ ਹੈ ਸ਼ੇਰਨੀ ਦਸ਼ਮੇਸ਼ ਦੀ। ਹਜ਼ਾਰਾਂ ਔਕੜਾਂ ਜੇ ਰਾਹਾਂ ਵਿੱਚ ਤਾਂ ਕੀ ਹੋਇਆ, ਹਜ਼ਾਰਾਂ ਔਕੜਾਂ ਜੇ ਰਾਹਾਂ ਵਿੱਚ ਤਾਂ ਕੀ ਹੋਇਆ, ਮੈਂ ਬਣ ਕੇ ਸ਼ੇਰਨੀ ਦਸ਼ਮੇਸ਼ ਦੀ ਸਭ ਜਰ ਹੀ ਜਾਵਾਂਗੀ। ਬਹੁਤ ਬਹੁਤ ਬੜਾ ਔਖਾ ਹੈ ਰਸਤਾ ਦੇਗ ਦਾ ਤੇ ਤੇਗ ਦਾ ਪਾਵੇਂ, ਬੜਾ ਔਖਾ ਹੈ ਰਸਤਾ ਦੇਗ ਦਾ ਤੇ ਤੇਗ ਦਾ ਪਾਵੇਂ, ਗੁਰੂ ਦੀ ਓਟ ਲੈ ਕੇ ਮੰਜ਼ਿਲਾਂ ਸਰ ਕਰ ਹੀ ਜਾਵਾਂਗੀ। ਗੁਰੂ ਦੀ ਓਟ ਲੈ ਕੇ ਮੰਜ਼ਿਲਾਂ ਸਰ ਕਰ ਹੀ ਜਾਵਾਂਗੀ। ਨਹੀਂ ਡਰ ਮੌਤ ਦਾ ਨਾ ਹੀ ਹੈ ਹੁਣ ਪਰਵਾਹ ਦਰਦਾਂ ਦੀ, ਨਹੀਂ ਡਰ ਮੌਤ ਦਾ ਨਾ ਹੀ ਹੈ ਹੁਣ ਪਰਵਾਹ ਦਰਦਾਂ ਦੀ, ਗੁਰੂ ਚਰਨਾਂ 'ਚ ਆਪਣਾ ਸੀਸ ਆਪੇ ਧਰ ਹੀ ਜਾਵਾਂਗੀ। ਲਿਖੀਆਂ ਕਰੂਮਲਾਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਬਲਜਿੰਦਰ ਮਾਨ ਵੱਲੋਂ ਨਿੱਘਾ ਸਵਾਗਤ ਜੀ ਆਇਆਂ। ਅੱਜ ਇੱਕ ਮੁਲਾਕਾਤ ਜਿਸ ਸ਼ਖਸੀਅਤ ਨਾਲ ਤੁਹਾਡੀ ਅਸੀਂ ਗੱਲ ਕਰਾਉਣੀ ਹੈ, ਉਸ ਅਧਿਆਪਕਾ ਨੇ ਸਿੱਖਿਆ ਜਗਤ ਦੇ ਵਿੱਚ, ਕਲਾਤਮਕ ਕਿਰਤਾਂ ਦੇ ਵਿੱਚ, ਸਾਹਿਤਕ ਕਿਰਤਾਂ ਦੇ ਵਿੱਚ ਬੜਾ ਸ਼ਾਨਦਾਰ ਯੋਗਦਾਨ ਪਾਇਆ। ਉਹਨੇ ਗੀਤ ਲਿਖੇ ਨੇ, ਕਵਿਤਾਵਾਂ ਲਿਖੀਆਂ ਨੇ, ਪੰਜਾਬੀ 'ਚ ਵੀ ਲਿਖਿਆ ਅਤੇ ਹਿੰਦੀ 'ਚ ਲਿਖਿਆ, ਵਾਰਤਕ ਵੀ ਲਿਖੀ ਹੈ ਔਰ ਗੀਤ ਗਾਏ ਬਹੁਤ ਨੇ। ਸੋਝੀ ਦੇ ਵਿੱਚ, ਉਹਨਾਂ ਦੀ ਸੂਝ ਦੇ ਵਿੱਚ ਸੰਗੀਤ ਵੀ ਆ, ਸੋਹਜ ਵੀ ਆ, ਸਵਾਦ ਵੀ ਆ, ਰਸ ਵੀ ਆ ਅਤੇ ਆਨੰਦ ਵੀ ਆ। ਉਹ ਮੇਰੀ ਮੁਰਾਦ ਹੈ ਅੰਜੂ ਵੀ ਰੱਤੀ ਤੋਂ। ਅੰਜੂ ਵੀ ਰੱਤੀ ਜੀ, ਨਿੱਕੀਆਂ ਕਰੂਮਲਾਂ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ। ਬਹੁਤ ਸ਼ੁਕਰੀਆ ਸਰ। ਸਭ ਤੋਂ ਪਹਿਲਾਂ ਨਿੱਕੀਆਂ ਕਰੂਮਲਾਂ ਚੈਨਲ ਨੂੰ ਤੇ ਇਸ ਸਟੇਜ ਨੂੰ, ਇਸ ਮੰਚ ਨੂੰ ਮੇਰਾ ਪ੍ਰਣਾਮ ਹੈ, ਤੇ ਤੁਹਾਡੇ ਵਰਗੀ ਸ਼ਖਸੀਅਤ ਦਾ ਅੱਜ ਮੇਰੇ ਗ੍ਰਹਿ ਪ੍ਰਵੇਸ਼ ਤੁਸੀਂ ਕੀਤਾ ਹੈ, ਗਰੀਬ ਖਾਨੇ 'ਚ ਆਏ ਹੋ, ਉਹਦੇ ਲਈ ਮੈਂ ਤੁਹਾਡੀ ਤਹਿ ਦਿਲੋਂ ਧੰਨਵਾਦੀ ਹਾਂ। ਅੰਜੂ ਜੀ, ਤੁਹਾਡੀ ਜਿਹੜੀ ਕਲਾ ਆ, ਤੁਹਾਡੀ ਜਿਹੜੀ ਸਭ ਵੱਖ-ਵੱਖ ਖੇਤਰਾਂ 'ਚ ਦੇਣ ਆ, ਉਹ ਸਾਨੂੰ, ਜਿਹੜੀ ਤੁਹਾਡੀ ਦੇਣ ਆ ਉਹ ਸਾਨੂੰ ਖਿੱਚ ਲਿਆਈ ਹੈ ਤੁਹਾਡੇ ਘਰ ਤੱਕ। ਇਹ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਰਗੀਆਂ ਅਧਿਆਪਕਾਵਾਂ ਸਾਡੇ ਸਮਾਜ 'ਚ ਹੋਰ ਵੀ ਹੋਣ, ਤੁਹਾਡੇ ਵਰਗੀਆਂ ਜਿਹੜੀਆਂ ਸਾਹਿਤ ਦੀਆਂ ਸਿਰਜਕ ਇਸਤਰੀਆਂ ਹੋਰ ਹੋਣ, ਸਾਡੀਆਂ ਨਵੀਆਂ ਬੱਚੀਆਂ ਉਹ ਤੁਹਾਡੇ ਪ੍ਰੇਰਨਾ ਲੈਣ। ਤੇ ਸਭ ਤੋਂ ਪਹਿਲਾਂ ਆਪਾਂ ਜਾਣਕਾਰੀ ਹਾਸਲ ਕਰਾਂਗੇ ਤੁਹਾਡੇ ਪਰਿਵਾਰਕ ਪਿਛੋਕੜ ਦੀ, ਕਿਉਂਕਿ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਵਸਦੇ ਆ, ਲੇਕਿਨ ਤੁਹਾਡਾ ਸਾਹਿਤ ਨਾਲ ਜਿਹੜਾ ਰਿਸ਼ਤਾ ਬੜਾ ਪੁਰਾਣਾ ਆ। ਉਹ ਕਦੋਂ ਸ਼ੁਰੂ ਹੋਇਆ, ਕਿਵੇਂ ਸ਼ੁਰੂ ਹੋਇਆ? ਜੀ ਸਰ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਣੇ ਬਚਪਨ ਤੋਂ। ਬਚਪਨ ਦੇ ਵਿੱਚ ਪਰਿਵਾਰ ਮੇਰਾ ਜਿਹੜਾ ਉਹ ਪਾਠਕ ਤੇ ਚਿੰਤਕ ਰਹੇ ਆ ਜ਼ਿਆਦਾਤਰ ਜੀ। ਮੇਰੇ ਪਿਤਾ ਜੀ ਬਹੁਤ ਪਾਠਕ ਰਹੇ ਆ, ਉਹਨਾਂ ਨੇ ਸਾਰੇ ਗ੍ਰੰਥ ਜਿਹੜੇ ਉਹ ਕੰਠ ਕੀਤੇ ਹੋਏ ਸੀ। ਵਾਹ ਜੀ। ਉਸ ਤੋਂ ਬਾਅਦ ਘਰ ਦੇ ਵਿੱਚ ਮਾਹੌਲ ਮਿਲਿਆ, ਮੇਰੇ ਵੱਡੇ ਬ੍ਰਦਰ ਜਿਹੜੇ ਉਹ ਲਿਖਦੇ ਸੀਗੇ। ਹਾਂਜੀ। ਉਸ ਵੇਲੇ ਮੈਨੂੰ ਕਵਿਤਾ ਜਾਂ ਵਾਰਤਕ ਦੀ ਸੋਚ ਨਹੀਂ ਸੀ ਜੀ। ਮਤਲਬ ਘਰ 'ਚ ਲਿਖਿਆ ਜਾ ਰਿਹਾ ਸੀਗਾ, ਲਿਖਿਆ ਵੀ ਤੁਹਾਨੂੰ ਜਾ ਪਤਾ ਰਿਹਾ, ਨਹੀਂ ਸੀ, ਪੜ੍ਹਿਆ ਵੀ ਜਾ ਰਿਹਾ, ਪਰ ਇੱਕ ਬੱਚਾ ਹੋਣ ਦੇ ਨਾਤੇ ਜਾਂ ਇੱਕ ਉਸ ਵੇਲੇ ਸਟੂਡੈਂਟ ਹੀ ਕਹਿ ਲਓ, ਬਚਪਨ ਤੋਂ ਬਾਅਦ ਅਸੀਂ ਸਟੂਡੈਂਟ ਲਾਈਫ ਚਾਹੁੰਦੇ ਹਾਂ, ਤਾਂ ਉਸ ਵੇਲੇ ਤੱਕ ਕੋਈ ਖਾਸ ਮੇਰੇ ਅੰਦਰ ਚਿਣਗ ਨਹੀਂ ਫੁੱਟੀ ਸੀ ਜੀ। ਉਸ ਤੋਂ ਬਾਅਦ ਹੌਲੀ ਹੌਲੀ ਜਿੱਦਾਂ ਬ੍ਰਦਰ ਨੇ ਲਿਖਣਾ, ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਮੈਂ ਪੜ੍ਹਨਾ, ਤੇ ਉਦੋਂ ਮੈਨੂੰ ਥੋੜਾ ਥੋੜਾ ਲੱਗਣ ਲੱਗਾ ਕਿ ਇਹ ਕਿੱਦਾਂ ਲਿਖ ਲੈਂਦੇ ਆ, ਇਹ ਲਾਈਨਾਂ ਕਿੱਦਾਂ ਜੁੜ ਜਾਂਦੀਆਂ ਜੀ। ਸੋ ਉਹ ਜਿਹੜਾ ਇੱਕ ਅੰਦਰ ਚਿਣਗ ਫੁੱਟਣੀ ਸ਼ੁਰੂ ਹੋਈ, ਜੇ ਕਹੀਏ ਤਾਂ। ਮਤਲਬ ਤੁਹਾਡੇ ਭਰਾ ਜੀਰਵੀ ਜੀ, ਕੀ ਪੂਰਾ ਨਾਮ ਉਹਨਾਂ ਦਾ? ਹਾਂਜੀ, ਦੀਪ ਜੀਰਵੀ ਜੀ ਲਿਖਦੇ ਸੀਗੇ ਔਰ ਪਿਤਾ ਜੀ ਗ੍ਰੰਥਾਂ ਦਾ ਪਾਠ ਕਰਦੇ ਸੀ, ਪੜ੍ਹਦੇ ਸੀ। ਉਹ ਜਿਹੜਾ ਵਾਤਾਵਰਣ ਸੀ ਉਹ ਤੁਹਾਨੂੰ ਪ੍ਰਭਾਵਿਤ ਕੀਤਾ ਕਿ ਤੁਸੀਂ ਵੀ ਕੁਝ ਲਿਖੋ ਜੀ। ਤੇ ਫਿਰ ਸਭ ਤੋਂ ਪਹਿਲਾਂ ਤੁਸੀਂ ਕਦੋਂ ਮਹਿਸੂਸ ਕੀਤਾ ਵੀ ਮੈਂ ਲਿਖ ਸਕਦੀ ਹਾਂ ਜਾਂ ਲਿਖਿਆ ਕੁਝ? ਜੀ ਸਰ, ਲਿਖਣ ਦਾ ਜਿਹੜਾ ਇਹ ਕੰਮ ਸ਼ੁਰੂ ਹੋਇਆ ਬਹੁਤ ਲੇਟ ਸ਼ੁਰੂ ਹੋਇਆ ਜੀ। ਬਚਪਨ ਤੋਂ ਸੁਣਿਆ ਵੀ, ਪੜ੍ਹਿਆ ਵੀ, ਪਰ ਲਿਖਣ ਦਾ ਮੌਕਾ ਨਹੀਂ ਜੁੜਿਆ ਜਾਂ ਹੌਸਲਾ ਨਹੀਂ ਬਣਿਆ, ਜਾਂ ਇਦਾਂ ਕਹਿ ਲਓ ਕਿ ਉਸ ਵੇਲੇ ਪਰਮਾਤਮਾ ਦੀ ਕਿਰਪਾ ਹੀ ਨਹੀਂ ਸੀਗੀ ਜੀ। ਸੋ ਜਦੋਂ ਇੱਕ ਕਹਿੰਦੇ ਨਾ, ਜਾਂ ਤਾਂ ਬਹੁਤ ਖੁਸ਼ੀ 'ਚ ਲਿਖਣਾ ਬੰਦਾ ਸ਼ੁਰੂ ਕਰਦਾ, ਜਾਂ ਕੋਈ ਨਾ ਕੋਈ ਸੱਟ ਲੱਗਦੀ ਜਦੋਂ ਲਿਖਦਾ। ਤੇ ਮੇਰੇ ਪਿਤਾ ਜੀ ਦਾ ਅਚਾਨਕ ਚਲੇ ਜਾਣਾ ਸਾਡੀ ਜ਼ਿੰਦਗੀ ਦੇ ਵਿੱਚੋਂ, ਉਹ ਜਿਹੜਾ ਇੱਕ ਵਿਰਾਗ ਸੀਗਾ, ਇੱਕ ਲਾਡਲੀ ਧੀ ਹੋਣ ਦੇ ਨਾਤੇ, ਉਸ ਵਿਰਾਗ ਨੂੰ ਜਦੋਂ ਮੈਂ ਅੰਦਰੋਂ ਮਹਿਸੂਸ ਕੀਤਾ, ਤੇ ਉਹਨਾਂ ਦੀ ਯਾਦ 'ਚ ਮੈਂ ਜੋ ਉਹਨਾਂ ਨਾਲ ਗੱਲਾਂ ਕਰਨਾ ਚਾਹੁੰਦੀ ਹੁੰਦੀ ਸੀ, ਉਹਨਾਂ ਦੀ ਕਮੀ ਨੂੰ ਮਹਿਸੂਸ ਕਰਕੇ ਉਦੋਂ ਮੈਂ ਜੋ ਕੁਝ ਲਿਖਿਆ, ਮੈਨੂੰ ਨਹੀਂ ਪਤਾ ਅੱਜ ਤੱਕ ਲੱਗਾ ਕਿ ਉਹ ਮੈਂ ਕੀ ਲਿਖਿਆ, ਕਿਵੇਂ ਲਿਖ ਲਿਆ, ਉਹ ਭਾਵਨਾਵਾਂ ਮੇਰੀਆਂ ਜੋ ਲਿਖੀਆਂ ਗਈਆਂ। ਸਭ ਤੋਂ ਪਹਿਲਾਂ ਫਿਰ ਤੁਸੀਂ ਕਵਿਤਾ ਲਿਖੀ, ਕਹਾਣੀ ਲਿਖੀ, ਜਾਂ ਕੀ ਲਿਖਿਆ? ਕਵਿਤਾ ਲਿਖੀ ਸੀ ਪਹਿਲਾਂ ਕਵਿਤਾ ਲਿਖੀ। ਹਾਂ, ਉਹ ਬੰਦ ਜਿਹੇ ਸੀਗੇ, ਉਹਨੂੰ ਕਹਿ ਲਓ ਕਿ ਜਿੱਦਾਂ ਅੰਦਰੋਂ ਆਵਾਜ਼ ਆਉਂਦੀ ਹੈ, ਭਾਵਨਾਵਾਂ ਜੋ
ਇੱਕ ਲੈਬੱਧ ਹੁੰਦੀਆਂ ਗਈਆਂ ਤੇ ਉਹ ਮੈਂ ਕੋਸ਼ਿਸ਼ ਕੀਤੀ ਸੀ ਉਸ ਵੇਲੇ। ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਮੈਨੂੰ ਲੱਗਣ ਲੱਗਾ ਕਿ ਹਾਂ ਮੈਂ ਕੁਝ ਲਿਖਾਂ ਤਾਂ ਕਿ ਆਉਣ ਵਾਲੀਆਂ ਬੱਚੀਆਂ ਨੂੰ ਜਾਂ ਔਰਤਾਂ ਨੂੰ ਕੁਝ ਨਵਾਂ ਸਾਨੂੰ ਲੱਗ ਸਕੇ ਹੌਲੀ ਹੌਲੀ। ਤੇ ਫਿਰ ਮੈਂ ਇੱਕ ਲਿਖੀ ਸੀ ਕਵਿਤਾ, ਫੁਲਕਾਰੀ ਸੁੱਭਰ ਲੈਂਦੀ ਸੀ ਜੀਨ ਟੌਪ ਤੇ ਆ ਗਈ, ਹਾਏ ਨੀ ਭਾਰਤੀ ਨਾਰੀ ਤੂੰ ਕਿੱਥੋਂ ਕਿੱਥੇ ਆ ਗਈ। ਵਾਹ ਜੀ, ਬਹੁਤ ਵਧੀਆ ਤੁਸੀਂ ਸੰਦੇਸ਼ ਦੇਣ ਦਾ ਯਤਨ ਕੀਤਾ ਇਸ ਕਵਿਤਾ 'ਚ। ਇਹ ਕਵਿਤਾ ਤੁਸੀਂ ਕਦੋਂ ਲਿਖੀ ਸੀ? ਇਹ ਸਰ ਤਕਰੀਬਨ 1997-98 ਦੇ ਵਿੱਚ। ਵਾਹ ਜੀ, ਬਹੁਤ ਪੁਰਾਣੀ ਗੱਲ ਹੈ, ਜਦੋਂ ਸਮਾਜ ਦੇ ਵਿੱਚ ਬੜਾ ਵੱਡਾ ਪਰਿਵਰਤਨ ਆ ਰਿਹਾ ਸੀ, ਚੇਂਜ ਆ ਰਹੇ ਸੀ। ਚਲੋ ਆਪਾਂ ਚੇਂਜ ਦੇ ਨਾਲ ਹੀ ਗੱਲ, ਕਿਉਂਕਿ ਜਿਹੜੀ ਹਾਲਾਤ ਆ, ਬੰਦੇ ਨੂੰ ਸਮਾਂ ਆ ਉਹ ਪ੍ਰਭਾਵਿਤ ਕਰਦਾ, ਤੇ ਹਾਲਾਤਾਂ ਨੇ ਤੁਹਾਨੂੰ ਪਿਤਾ ਜੀ ਦੀ ਮੌਤ ਤੋਂ ਬਾਅਦ ਜਿਹੜਾ ਸੱਭਿਆਚਾਰਕ ਪਰਿਵਰਤਨ ਆਇਆ ਸਮਾਜ ਦੇ ਵਿੱਚ, ਉਹਨੇ ਵੀ ਪ੍ਰਭਾਵਿਤ ਕੀਤਾ। ਇਸ ਪਰਿਵਰਤਨ ਨੂੰ ਆਪਾਂ ਕਿਸ ਨਜ਼ਰੀਏ ਨਾਲ ਦੇਖਦੇ ਹਾਂ? ਸਰ ਪਰਿਵਰਤਨ ਜਿਹੜਾ ਆ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ, ਕਿਉਂਕਿ ਖੜਾ ਪਾਣੀ ਵੀ ਤੁਸੀਂ ਸਿਆਣੇ ਹੋ ਕਿ ਕਹਿੰਦੇ ਸਮੈਲ ਆਉਣ ਲੱਗ ਜਾਂਦੀ ਹੈ। ਕਿਤੇ ਵੀ ਪਾਣੀ ਖੜਾ ਰਵੇ, ਪਾਣੀ 'ਚ ਵੀ ਰਵਾਨੀ ਚਾਹੀਦੀ ਹੈ ਤੇ ਸੋਚ ਵਿੱਚ ਵੀ ਰਵਾਨੀ ਚਾਹੀਦੀ ਹੈ। ਤੇ ਸਾਡੀ ਜਿਹੜੀ ਸੋਚ ਆ ਉਹ ਜੇ ਪਰਿਵਰਤਨ ਨਾ ਹੁੰਦਾ ਤਾਂ ਅੱਜ ਵਿਗਿਆਨ ਨੇ ਇੰਨੀਆਂ ਕੱਢਾਂ ਨਹੀਂ ਸੀ ਕੱਢਣੀਆਂ। ਜੇ ਬੰਦਾ ਸੋਚਦਾ ਹੀ ਨਾ ਕਿ ਅੱਜ ਇਸ ਚੀਜ਼ ਨੂੰ ਇੱਧਰ ਬਦਲਣ ਦੀ ਲੋੜ ਹੈ, ਤੇ ਅੱਜ ਅਸੀਂ ਜਿਸ ਪੜਾਵ ਤੇ ਖੜੇ ਹਾਂ ਸਮਾਜ ਦੇ ਵਿੱਚ, ਵਿਗਿਆਨਕ ਸਾਡੇ ਕਾਢਾਂ ਇੰਨੀਆਂ ਹੋ ਚੁੱਕੀਆਂ, ਉਹ ਹੋਣੀਆਂ ਹੀ ਨਹੀਂ ਸੀ। ਸੋ ਮੈਂ ਇਸ ਪਰਿਵਰਤਨ ਦੀ ਹਾਮੀ ਭਰਦੀ ਹਾਂ ਕਿ ਜੋ ਸਮਾਜ ਦੇ ਵਿੱਚ ਸੋਚ ਦੇ ਵਿੱਚ ਪਰਿਵਰਤਨ ਆ ਰਿਹਾ। ਬਹੁਤ ਵਧੀਆ ਗੱਲ ਹੈ, ਕਿਉਂਕਿ ਸਮੇਂ ਨਾਲ ਬਦਲਣਾ ਜ਼ਰੂਰੀ ਹੈ ਔਰ ਲੋੜ ਵੀ ਹੈ ਸਾਡੀ। ਤੁਸੀਂ ਆਪਣੀਆਂ ਲਿਖਤਾਂ ਜਿਹੜੀਆਂ ਨੇ, ਉਹਦਾ ਜਿਹੜਾ ਵਿਸ਼ਾ ਵਸਤੂ ਉਹ ਕਿੱਥੋਂ ਲੈਂਦੇ ਹੋ? ਸਮਾਜ ਤੋਂ ਜਿਸ ਦੇ ਵਿੱਚ ਅਸੀਂ ਵਿਚਰਦੇ ਹਾਂ, ਬੱਚਿਆਂ ਤੋਂ। ਮੈਂ ਇੱਕ ਟੀਚਰ ਹਾਂ, ਮੈਂ ਬੱਚਿਆਂ ਦੇ ਵਿੱਚ ਆਪਣਾ ਬਚਪਨ ਅੱਜ ਵੀ ਜਿਉਂਦੀ। ਵਾਹ ਜੀ, ਮੇਰਾ ਰੋਜ਼ ਮੈਂ ਆਪਣੇ ਬਚਪਨ ਨੂੰ ਜਿਉਂ ਕੇ ਆਉਂਦੀ ਹਾਂ, ਸਵੇਰ ਤੋਂ ਸ਼ਾਮ ਤੱਕ ਬੱਚਿਆਂ ਦੇ ਵਿੱਚ ਰਹਿਣਾ, ਤੇ ਉਹਨਾਂ ਤੋਂ ਮੈਨੂੰ ਬਹੁਤ ਵਿਸ਼ਾ ਵਸਤੂ ਮਿਲਦਾ। ਉਹਨਾਂ ਦੀਆਂ ਸ਼ਿਕਾਇਤਾਂ, ਹੋਮਵਰਕ, ਸਕੂਲ ਨਾ ਆਉਣਾ, ਬਹਾਨੇਬਾਜ਼ੀ, ਨਿੱਕੀਆਂ ਨਿੱਕੀਆਂ ਲੜਾਈਆਂ, ਚੋਲ ਮੋਲ, ਇਹਨਾਂ 'ਚੋਂ ਬਹੁਤ ਕੁਝ ਮਿਲਦਾ। ਔਰ ਉਸ ਦੇ ਨਾਲ ਹੀ ਸਾਡਾ ਜਿਹੜਾ ਸਮਾਜ ਆ, ਅਸੀਂ ਜੇ ਧੀਆਂ ਭੈਣਾਂ ਦੀ ਗੱਲ ਸੁਣੀਏ ਤਾਂ ਬਹੁਤ ਉਤਾਰ ਚੜਾਅ ਵੀ ਆਏ ਹੈ ਸਰ, ਹੈ ਨਾ। ਇੱਕ ਔਰਤ ਹੋਣ ਦੇ ਨਾਤੇ ਔਰਤ ਦੇ ਦਰਦ ਨੂੰ ਸਮਝਣ ਦੀ ਜੋ ਮੈਂ ਕੋਸ਼ਿਸ਼ ਕੀਤੀ। ਔਰ ਜਿੱਦਾਂ ਅਸੀਂ ਸੁਣਦੇ ਆਏ ਹਾਂ ਕਿ ਮਰਦ ਪ੍ਰਧਾਨ ਦੇਸ਼ ਹੈ ਤੇ ਮਰਦ ਕਠੋਰ ਹੁੰਦੇ ਆ, ਸਾਰੇ ਕਠੋਰ ਨਹੀਂ ਹੁੰਦੇ। ਸਮਾਜ 'ਚ ਰਹਿ ਕੇ ਅਸੀਂ ਇਹ ਵੀ ਸੋਚ ਸਕਦੇ ਹਾਂ, ਮੇਰੇ ਪਤੀ ਦੇਵ ਵੀ ਮਰਦ ਨੇ ਔਰ ਪੁਰਸ਼ ਨੇ, ਔਰ ਉਹਨਾਂ ਨੇ ਅੱਜ ਅੰਜੂ ਨੂੰ ਅੰਜੂ ਵੀ ਰੱਤੀ ਬਣਾਇਆ, ਤੇ ਅੱਜ ਦਾ ਜਿਹੜਾ ਸੁਭਾਗੀ ਘੜੀ ਹੈ ਉਹਨਾਂ ਕਰਕੇ। ਹਾਂ, ਇਹ ਗੱਲ ਮੈਂ ਤੁਹਾਡੇ ਨਾਲ ਪਹਿਲਾਂ ਵੀ ਕਰਨੀ ਚਾਹੁੰਦਾ ਸੀ ਕਿ ਬਹੁਤ ਵਾਰੀ ਜਿਹੜੀਆਂ ਲੜਕੀਆਂ ਜਦੋਂ ਕਾਲਜ ਸਕੂਲਾਂ 'ਚ ਹੁੰਦੀਆਂ, ਪੜ੍ਹਦੀਆਂ, ਉਹ ਬਹੁਤ ਕੁਝ ਕਰ ਸਕਦੀਆਂ, ਉਹ ਐਕਟਿੰਗ ਵੀ ਕਰਦੀਆਂ, ਲਿਖਦੀਆਂ ਵੀ ਆ, ਕਲਾ ਦੇ ਖੇਤਰ ਵੀ, ਹਰ ਖੇਤਰ 'ਚ ਮੋਹਰੀ ਹੁੰਦੀਆਂ, ਲੇਕਿਨ ਵਿਆਹ ਤੋਂ ਬਾਅਦ ਉਹਨਾਂ 'ਚੋਂ ਬਹੁਤ ਘੱਟ ਲੱਭਦੀਆਂ। ਸੋ ਤੁਸੀਂ ਇੱਕ ਭਾਗਿਆਸ਼ਾਲੀ ਔਰਤ ਹੋ ਕਿ ਤੁਸੀਂ ਵਿਆਹ ਤੋਂ ਬਾਅਦ ਵੀ ਇਸ ਸੋਚ ਨੂੰ, ਇਸ ਕਲਾ ਨੂੰ ਪ੍ਰਫੁੱਲਿਤ ਕੀਤਾ, ਜਿਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਵਰਿੰਦਰ ਕੁਮਾਰ ਜੀ ਦਾ, ਤੇ ਉਹਨਾਂ ਦਾ ਸੁਭਾਅ, ਉਹਨਾਂ ਦੀ ਜਿਹੜੀ ਦੇਣ ਆ ਤੁਹਾਡੇ ਇਸ ਕਲਾ ਦੇ ਵਿੱਚ ਕਿਹੋ ਜਿਹੀ ਆ, ਕਿੰਨੀ ਕਾ? ਸਰ ਜਿਹੜੀ ਦੇਣ ਹੈ ਉਹਨਾਂ ਦੀ ਹੀ ਦੇਣ ਹੈ। ਮੈਂ ਤੁਹਾਨੂੰ ਜੇ ਸੱਚ ਦੱਸਾਂ, ਆਪਣੇ ਸਰੋਤੇ ਭੈਣ ਭਰਾਵਾਂ ਨੂੰ, ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗੀ ਕਿ ਮੈਂ ਇਸ ਮਾਮਲੇ 'ਚ ਖੁਸ਼ਕਿਸਮਤ ਹਾਂ ਕਿ ਜਿੱਥੇ ਔਰਤਾਂ ਨੂੰ ਵਿਆਹ ਤੋਂ ਬਾਅਦ ਗੁੰਮ ਹੋਇਆ, ਜਾਂ ਅਸੀਂ ਮੰਨਦੇ ਹਾਂ ਕਿ ਗੁੰਮ ਹੋਵੇ, ਲੇਕਿਨ ਮੈਨੂੰ ਤਾਂ ਬਣਾਇਆ ਹੀ ਇਹਨਾਂ ਨੇ ਅੱਜ। ਕਿਉਂਕਿ ਮੇਰਾ ਲਿਖਣਾ, ਜੇ ਮੈਂ ਉਹ ਰਾਗ 'ਚ ਜੋ 4-5 ਲਾਈਨਾਂ ਨਾ ਲਿਖਦੀ, ਉਸ ਨੂੰ ਇਹਨਾਂ ਨੇ ਪੜ੍ਹ ਕੇ ਮੈਨੂੰ ਹੱਲਾਸ਼ੇਰੀ ਦਿੱਤੀ ਸਰ। ਔਰ ਉਸ ਤੋਂ ਬਾਅਦ ਹਰ ਲਿਖਤ ਦੇ ਮੇਰੇ ਪਹਿਲੇ ਪਾਠਕ ਹੁੰਦੇ ਆ ਇਹ, ਔਰ ਮੈਨੂੰ ਪਾਠਕ ਨਾਲ ਆਲੋਚਕ ਵੀ ਹੋਣਗੇ। ਬਿਲਕੁਲ ਸਹੀ ਕਿਹਾ ਤੁਸੀਂ। ਔਰ ਕਈ ਵਾਰੀ ਤਾਂ ਕਹਿ ਦਿੰਦੇ ਆ ਇਹ ਸ਼ਬਦ ਤੇਰੇ ਮੇਚ ਨਹੀਂ ਖਾਂਦਾ, ਠੀਕ ਨਹੀਂ, ਇਹਨੂੰ ਬਦਲੋ। ਬਹੁਤ ਵਧੀਆ। ਤੇ ਕਈ ਵਾਰੀ ਮੈਨੂੰ ਫਿਰ ਉਹ ਜਿਹੜੀ ਬਦਲਣਾ ਵੀ ਪੈਂਦਾ ਹੈ। ਤੇ ਬਾਕੀ ਸਰ ਜੇ ਮੈਂ ਜੇ ਕਹਾਂ, ਮੇਰੀ ਕੁਆਲੀਫਿਕੇਸ਼ਨ ਦੇ ਵਿੱਚ ਮੇਰੇ ਪਤੀ ਨੇ ਮੇਰੇ ਬਹੁਤ ਹੈਲਪ ਕੀਤੀ ਹੈ। ਮੈਂ BA ETT ਜਦੋਂ ਮੇਰੀ ਮੈਰਿਜ ਹੋਈ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ MA ਹਿੰਦੀ ਕਰਾਈ, B.Ed ਕਰਾਈ, MA ਇੰਗਲਿਸ਼ ਤੇ MA ਹਿਸਟਰੀ, ਤੇ ਹੁਣ ਮੈਨੂੰ ਹਜੇ ਵੀ ਹੱਲਾਸ਼ੇਰੀ ਦਿੰਦੇ ਆ ਵੀ ਹਿੰਮਤ ਤੇਰੀ ਆ, ਮੈਂ ਪੈਣਾ ਪਿੱਛੇ ਪੜਨਾ ਤੂੰ। ਇਹ ਬਹੁਤ ਵਧੀਆ ਗੱਲ ਆ। ਕਹਿਣ ਦਾ ਭਾਵ ਤੁਹਾਡੇ ਜਿਹੜਾ ਮਰਦ ਪ੍ਰਧਾਨ ਸਮਾਜ ਦੀ ਆਪਾਂ ਗੱਲ ਕਰਦੇ ਹਾਂ ਕਿ ਸਾਰੇ ਮਰਦ ਇੱਕੋ ਜਿਹੇ, ਕਿਉਂਕਿ ਤੁਹਾਡਾ ਤਜਰਬਾ ਜਿਹੜਾ ਬਾਕੀ ਮਰਦਾਂ ਦੇ ਮੁਕਾਬਲੇ ਵੱਖਰਾ ਆ, ਤੇ ਆਮ ਤੌਰ ਤੇ ਜਿਹੜੀ ਧਾਰਨਾ ਲੜਕੀਆਂ ਜਾਂ ਔਰਤਾਂ 'ਚ ਬਣ ਜਾਂਦੀ ਹੈ ਸਾਰੇ ਮਰਦ ਇੱਕੋ ਜਿਹੇ ਹੁੰਦੇ, ਇਹਨੂੰ ਤੋੜਨਾ ਚਾਹੀਦਾ ਜੀ। ਬਿਲਕੁਲ ਤੋੜਨਾ ਚਾਹੀਦਾ। ਔਰ ਮੈਂ ਇਸ ਗੱਲ ਦੀ ਵੀ ਪੁਰਜ਼ੋਰ ਮੰਗ ਵੀ ਕਰੂੰਗੀ ਕਿ ਅਸੀਂ ਸੁਣੀ ਸੁਣਾਈ ਗੱਲ ਤੇ ਨਾ ਯਕੀਨ ਕਰੀਏ। ਜੇ ਅਸੀਂ ਮਰਦ ਪ੍ਰਧਾਨ ਦੇਸ਼ 'ਚ ਰਹਿੰਦੇ ਹਾਂ ਤਾਂ ਔਰਤਾਂ ਵੀ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ। ਕਿਹੜਾ ਖੇਤਰ ਹੈ ਜਿੱਥੇ ਅੱਜ ਔਰਤ ਅੱਗੇ ਨਹੀਂ ਆਈ? ਚਾਹੇ ਉਹ ਅੰਤਰਿਕਸ਼ ਹੈ, ਚਾਹੇ ਉਹ ਵਿਗਿਆਨ ਹੈ, ਚਾਹੇ ਉਹ ਲੇਖਨ ਹੈ, ਚਾਹੇ ਉਹ
ਸਿੱਖਿਆ ਦਾ ਖੇਤਰ ਹੈ, ਕੋਈ ਵੀ ਖੇਤਰ ਹੈ, ਕਿਤੇ ਵੀ ਔਰਤ ਮੈਨੂੰ ਨਹੀਂ ਲੱਗਦਾ ਕੋਈ ਪਿੱਛੇ ਨਹੀਂ। ਬੇਸ਼ੱਕ ਉਹ ਘਰ ਵੀ ਸੰਭਾਲ ਰਹੀ ਹੈ, ਬੱਚੇ ਵੀ ਸੰਭਾਲ ਰਹੀ ਹੈ ਔਰ ਆਪਣੇ ਸ਼ੌਕ ਵੀ ਪੂਰੇ ਕਰ ਰਹੀ ਹੈ, ਮਤਲਬ ਹਰ ਖੇਤਰ 'ਚ ਅੱਗੇ ਆ। ਤੇ ਗੱਲ ਇਹ ਆ ਵੀ ਔਰਤ ਨੂੰ ਖੁਦ ਹੀ ਅੱਗੇ ਆਉਣਾ ਪੈਣਾ। ਤੇ ਦੂਜੇ ਨੰਬਰ ਤੇ ਜੇ ਅਸੀਂ ਕਿਸੇ ਤੇ ਆਧਾਰਿਤ ਹੋਵਾਂਗੇ, ਜਿੱਦਾਂ ਅਸੀਂ ਉਡੀਕ ਰੱਖੀਏ ਵੀ ਕੋਈ ਸਾਨੂੰ ਆ ਕੇ ਚੁੱਕੇ ਜਾਂ ਤੋਰੇ, ਇਹ ਤਾਂ ਸੰਭਵ ਨਹੀਂ ਨਾ। ਤੁਰਨਾ ਤਾਂ ਆਪ ਹੈ, ਤੁਰਨੇ ਲੋਕ ਤੁਰ ਪੈਂਦੇ ਆ, ਬਿਲਕੁਲ ਨਾਲ ਜ਼ਰੂਰ ਤੁਰਦੇ ਆ। ਹਿੰਮਤ ਪਹਿਲਾ ਕਦਮ ਆਪੇ ਪੁੱਟਣਾ ਪੈਣਾ। ਰੋਟੀ ਪੱਕੀ ਤੁਹਾਡੇ ਅੱਗੇ ਆ, ਭੁੱਖ ਲੱਗੀ ਆ, ਬੁਰਕੀ ਆਪੇ ਤੋੜਨੀ ਪੈਣੀ ਹੈ ਸਰ। ਇਸ ਕਰਕੇ ਹਿੰਮਤ ਜਿਹੜੀ ਆ ਉਹ ਪਹਿਲਾ ਪੜਾਅ ਹੈ ਕਿਸੇ ਵੀ ਔਰਤ, ਲੜਕੀ, ਬੱਚੀ ਦੇ ਜ਼ਿੰਦਗੀ ਦੇ ਵਿੱਚ। ਤੁਸੀਂ ਸਭ ਕੁਝ ਕਰ ਸਕਦੇ ਆ, ਲੇਕਿਨ ਕਦਮ ਚੱਕਣ ਦੀ ਦੇਰ ਆ, ਔਰ ਕਦਮ ਜਿਹੜਾ ਆ ਉਹ ਸਹੀ ਦਿਸ਼ਾ 'ਚ ਹੋਵੇ। ਉਹ ਦਿਸ਼ਾ ਔਰ ਦਸ਼ਾ ਤੁਹਾਨੂੰ ਚੁਣਨੀ ਪਵੇਗੀ, ਉਸ ਦਾ ਧਿਆਨ ਰੱਖਣਾ। ਬਹੁਤ ਵਧੀਆ ਅੰਜੂ ਜੀ, ਬਹੁਤ ਕਮਾਲ ਦਾ ਤੁਸੀਂ ਸੰਦੇਸ਼ ਦੇ ਰਹੇ ਆ ਕਿ ਦਸ਼ਾ ਔਰ ਦਿਸ਼ਾ ਲੜਕੀ ਨੂੰ ਖੁਦ ਚੁਣਨੀ ਜੀ। ਬਿਲਕੁਲ। ਤੁਸੀਂ ਇਹ ਲਿਖਤਾਂ ਦੇ ਰਾਹੀਂ ਵੀ ਇਹਨਾਂ ਲੜਕੀਆਂ ਨੂੰ ਔਰ ਨਾਰੀ ਨੂੰ ਜਿਹੜਾ ਜ਼ੋਰ ਆ, ਜੋਸ਼ ਉਹ 'ਚ ਭਰਦੇ ਰਹਿੰਦੇ ਆ। ਜਿਹੜਾ ਤੁਹਾਡਾ ਲਿਖਤਾਂ ਛਪਣੀਆਂ ਕਦੋਂ ਸ਼ੁਰੂ ਹੋਈਆਂ? ਜੀ ਸਰ, ਇਹਦੇ ਪਿੱਛੇ ਬਹੁਤ ਹੀ ਪਿਆਰੀ ਇੱਕ ਯਾਦ ਹੈ। ਮੈਂ ਕਹੂੰਗੀ ਇਹਨੂੰ ਘਟਨਾ ਨਹੀਂ ਕਹੂੰਗੀ, ਇਹ ਯਾਦ ਹੈ ਔਰ ਮੈਨੂੰ ਮਰਦੇ ਦਮ ਤੱਕ ਨਹੀਂ ਭੁੱਲੂਗੀ। ਮੈਂ ਸਕੂਲ ਦੇ ਵਿੱਚ ਪੜ੍ਹਾਉਂਦੇ ਹੋਏ ਮੇਰੇ ਹੈੱਡ ਮਾਸਟਰ ਸਾਹਿਬ ਨੇ ਮੈਨੂੰ ਦੇਖਿਆ ਕਿ ਇਹਨੂੰ ਲਿਖਣ ਦਾ ਸ਼ੌਂਕ ਹੈ। ਕਈ ਵਾਰੀ ਅਸੀਂ ਜਿਹੜੀ ਅਧਿਆਪਕ ਡਾਇਰੀਆਂ ਹੁੰਦੀਆਂ, ਉਹਨੂੰ ਇਸ ਤਰ੍ਹਾਂ ਮੈਨੂੰ ਸ਼ੌਂਕ ਹੈ ਸਜਾ ਕੇ ਰੱਖਣਾ, ਔਰ ਉਹਦੇ ਵਿੱਚ ਮੈਂ ਬੱਚਿਆਂ ਦੇ ਨਾਲ ਲਿਖਤਾਂ ਜਿਹੜੀਆਂ ਨਾ ਉਹ ਨਿੱਕੀਆਂ ਨਿੱਕੀਆਂ ਪਰੋਂਦੀ ਹੁੰਦੀ ਸੀ ਜ਼ਰੂਰ ਆਪਣੀ ਅਧਿਆਪਕ ਡਾਇਰੀ 'ਚ। ਤੇ ਮੈਂ ਨਾਮ ਲੈਣਾ ਚਾਹੂੰਗੀ ਪਿਆਰਾ ਲਾਲ ਜੀ, ਮੇਰੇ ਮੁੱਖ ਅਧਿਆਪਕ ਹੋਏ ਆ। ਤੇ ਉਹਨਾਂ ਨੇ ਦੇਖਿਆ, ਕਹਿੰਦੇ ਮੈਂ ਬੀਬਾ ਤੈਨੂੰ ਨਾ ਬਲਜਿੰਦਰ ਮਾਨ ਨੂੰ ਮਿਲਾਉਣਾ ਚਾਹੁੰਦਾ। ਅੱਛਾ ਜੀ। ਨਿੱਕੀਆਂ ਕਰੁੰਬਲਾਂ ਦੇ ਵਿੱਚ ਤੂੰ ਕਿਉਂ ਨਹੀਂ ਛਾਪਦੀ, ਕਿਉਂ ਨਹੀਂ ਭੇਜਦੀ? ਮੈਂ ਕਿਹਾ ਸਰ ਮੇਰੀਆਂ ਲੱਗ ਜਾਣਗੀਆਂ, ਮੈਂ ਤਾਂ ਸ਼ੌਂਕ ਨਾਲ ਲਿਖਦੀ, ਮੈਨੂੰ ਪਤਾ ਹੀ ਨਹੀਂ। ਮੈਨੂੰ ਪਤਾ ਹੀ ਨਹੀਂ। ਤੇ ਕਹਿੰਦੇ ਭਈ ਗੁਆਂਢ ਗੰਗਾ ਵਗਦੀ ਆ ਜੀ। ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਔਰ ਸਾਰੀ ਜ਼ਿੰਦਗੀ ਉਹਨਾਂ ਦੀ ਧੰਨਵਾਦੀ ਰਹੂੰਗੀ ਕਿ ਜਿਨ੍ਹਾਂ ਨੇ ਮੈਨੂੰ ਤੁਹਾਨੂੰ ਮਿਲਾਇਆ ਸੀ। ਔਰ ਮੇਰੀ ਪਹਿਲੀ ਜਿਹੜੀ ਬਾਲ ਕਵਿਤਾ ਸੀਗੀ ਉਹ ਨਿੱਕੀਆਂ ਕਰੁੰਬਲਾਂ 'ਚ ਛਪੀ ਸੀ, ਔਰ ਮੈਂ ਲਿਖਿਆ ਵੀ ਇਹ ਸੀ ਵੀ ਕਰੁੰਬਲ ਤੇ ਹੀ ਲਿਖਿਆ ਸੀ, ਨਿੱਕੀ ਕਰੁੰਬਲ ਦੀ ਉਹਦਾ ਨਾਮ। ਦੇਖੋ, ਜਦੋਂ ਜੀਵਨ ਦੇ ਵਿੱਚ ਨਾ ਇਹੋ ਜਿਹੇ ਲੋਕ ਮਿਲਦੇ ਨੇ ਜਿਹੜੇ ਥਾਪੀ ਦੇ ਕੇ ਅੱਗੇ ਤੋਰਦੇ ਨੇ, ਇਹ ਬੜੇ ਥੋੜੇ ਲੋਕ ਨੇ। ਜੇ ਅਸੀਂ ਆਮ ਸਮਾਜ ਤੋਂ, ਆਮ ਲੋਕਾਂ ਤੋਂ ਇਹ ਆਸ ਰੱਖਾਂਗੇ, ਅਸੀਂ ਭੁਲੇਖੇ 'ਚ ਹਾਂ। ਸੋ ਪ੍ਰਿੰਸੀਪਲ ਪਿਆਰਾ ਲਾਲ ਜੀ ਜਿਹੜੇ ਬਾਅਦ 'ਚ ਪ੍ਰਿੰਸੀਪਲ ਬਣੇ ਸੀ, ਤੁਹਾਡੇ ਹੈੱਡ ਮਾਸਟਰ ਰਹੇ ਸੀਗੇ, ਤੇ ਉਹਨਾਂ ਨੇ ਜਿਹੜਾ, ਕਿਉਂਕਿ ਹਰ ਕਿਸੇ ਨੂੰ, ਸਿਰਫ ਤੁਹਾਨੂੰ ਨਹੀਂ, ਕਿਉਂਕਿ ਮੇਰੇ ਜੀਵਨ ਦੀ ਜਿਹੜੀ ਸ਼ੁਰੂਆਤ ਆ ਉਹ ਗਵਰਨਮੈਂਟ ਯੂਨੀਵਰਸਿਟੀ ਦੀ ਸੁਰਭਾਨ ਤੋਂ ਆ। ਉਦੋਂ ਉੱਥੇ ਟੀਚਰ ਹੁੰਦੇ ਸੀ, ਮੈਂ ਵੀ ਉੱਥੇ ਟੀਚਰ ਜੁਆਇਨ ਕੀਤਾ ਸੀਗਾ। ਤੇ ਉਹਨਾਂ ਨੇ ਜਿਹੜੀ ਸਰਕਾਰੀ ਤੰਤਰ ਦੀ ਹਰ ਜਿਹੜੀ ਗੱਲ ਸੀ ਉਹ ਮੈਨੂੰ ਦੱਸ ਦਿੱਤੀ ਸੀ ਸ਼ੁਰੂ 'ਚ ਪਹਿਲੇ ਸਾਲ। ਸੋ ਉਹ ਹਰ ਕਿਸੇ ਨੂੰ ਇੱਦਾਂ ਹੀ ਸਪੋਰਟ ਕਰਦੇ ਰਹੇ ਨੇ, ਸਲੂਟ ਆ ਉਹਨਾਂ ਨੂੰ। ਤੇ ਤੁਹਾਡੇ ਲਈ ਜਿਹੜਾ ਉਹ ਮੌਕਾ ਸੀਗਾ ਕਿ ਤੁਹਾਨੂੰ ਅੱਗੇ ਵਧਣ ਦਾ ਪਲੇਟਫਾਰਮ ਮਿਲਿਆ, ਤੇ ਉਸ ਤੋਂ ਬਾਅਦ ਤੁਸੀਂ ਫਿਰ ਚੱਲ ਹੋ ਗਿਆ। ਜੀ ਸਰ, ਇੱਥੇ ਮੈਂ ਇਹ ਵੀ ਗੱਲ ਆਪਣੇ ਪਾਠਕਾਂ ਤੇ ਦਰਸ਼ਕਾਂ ਨੂੰ ਖਾਸ ਕਰਕੇ ਨਿੱਕੀਆਂ ਕਰੁੰਬਲਾਂ ਦੇ ਚੈਨਲ ਰਾਹੀਂ ਦੱਸਣਾ ਚਾਹੂੰਗੀ ਕਿ ਜਿੱਥੇ ਬਲਜਿੰਦਰ ਮਾਨ ਜੀ ਵਰਗੇ ਸਾਡੇ ਸਪੋਰਟਰ ਬੈਠੇ ਆ ਨਵੀਆਂ ਕਲਮਾਂ ਦੇ, ਉੱਥੇ ਨਵੀਆਂ ਕਲਮਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕਿਉਂਕਿ ਅੱਜ ਬੇਸ਼ੱਕ ਮੈਂ ਸਾਹਿਤ ਦੀ ਦੁਨੀਆ 'ਚ ਕੁਝ ਥੋੜ੍ਹਾ ਬਹੁਤਾ ਅੰਜੂ ਵੀ ਰੱਤੀ ਨੂੰ ਕੋਈ ਜਾਣਦਾ ਹੈ, ਸੁਣਦਾ ਹੈ, ਪੜ੍ਹਦਾ ਹੈ, ਤੇ ਉਸ ਦਾ ਬੇਸ ਜਿਹੜਾ, ਉਸ ਦਾ ਪੁਸ਼ਅਪ ਜਿਹੜਾ, ਉਸ ਨੂੰ ਜਿਹੜਾ ਹੱਲਾਸ਼ੇਰੀ ਦੇਣ ਵਾਲਾ ਇੱਕੋ ਹੀ ਨਾਮ ਰਿਹਾ ਮੇਰੀ ਜ਼ਿੰਦਗੀ 'ਚ, ਬਲਜਿੰਦਰ ਮਾਨ ਜੀ, ਤੇ ਦੂਸਰਾ ਦੀਪਜੀਤ ਵੀ। ਤੇ ਇਹਨਾਂ ਦੇ ਜ਼ਰੀਏ, ਇਹਨਾਂ ਦੇ ਮਾਧਿਅਮ ਨਾਲ ਮੈਂ ਅੱਜ ਆਪ ਦੇ ਰੂਬਰੂ ਬੈਠੀ ਹਾਂ। ਅੰਜੂ ਜੀ, ਸਾਡੀ ਇਹ ਮਨੁੱਖ ਹੋਣ ਦੇ ਨਾਤੇ ਸਾਡੀ ਡਿਊਟੀ ਬਣਦੀ ਆ ਕਿ ਆਪਾਂ ਜਿਸ ਵੀ ਬੱਚੇ, ਜਿਸ ਇਨਸਾਨ 'ਚ ਕਲਾ ਹੈ, ਉਹਨੂੰ ਸਥਾਪੀ ਦੇ ਕੇ ਅੱਗੇ ਤੋਰੀਏ ਤਾਂ ਕਿ ਕਲਾ ਪ੍ਰਫੁੱਲਤ ਹੋਵੇ। ਅੱਜ ਵੀ ਸਮਾਜ ਦੇ ਵਿੱਚ ਜਿਹੜਾ ਨੈਗੇਟਿਵਿਟੀ ਦਾ ਬਹੁਤ ਪਸਾਰਾ ਆ, ਪੋਜ਼ਿਟਿਵਿਟੀ ਘੱਟ ਆ, ਕਲਾ ਦੇ ਵਿੱਚ ਪੋਜ਼ਿਟਿਵਿਟੀ ਆ। ਸਮਾਜ ਨੇ ਜੇ ਵਧਣਾ ਆ ਕਲਾਤਮਕ ਕਦਰਾਂ ਕੀਮਤਾਂ ਨਾਲ, ਨੈਤਿਕ ਕਦਰਾਂ ਕੀਮਤਾਂ ਨਾਲ ਵਧਣਾ। ਸੋ ਤੁਸੀਂ ਉਹਨਾਂ ਕਦਰਾਂ ਕੀਮਤਾਂ ਦੇ ਰਾਖੇ ਆ। ਇਸ ਕਰਕੇ ਮੈਨੂੰ ਮਾਣ ਆ ਤੁਹਾਡੇ ਤੇ ਕਿ ਤੁਸੀਂ ਇਸ ਗੱਲ ਦਾ ਜ਼ਿਕਰ ਕਰ ਰਹੇ ਹੋ ਕਿ ਮੈਂ ਨਿੱਕੀਆਂ ਕਰੁੰਬਲਾਂ ਦੀ ਪੈਦਾਇਸ਼ ਆ। ਤੇ ਤੁਹਾਡਾ ਛਪਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਤੁਸੀਂ, ਮੈਨੂੰ ਇਹ ਵੀ ਪਤਾ ਵੀ ਪੰਜਾਬੀ ਦੇ ਨਾਲ ਹਿੰਦੀ 'ਚ ਵੀ ਲਿਖਦੇ। ਅੱਜ ਤੱਕ ਤੁਹਾਡੀਆਂ 17 ਕਿਤਾਬਾਂ ਛਪ ਚੁੱਕੀਆਂ ਨੇ, ਤੇ ਬੜੇ ਮਾਣ ਵਾਲੀ ਗੱਲ ਆ ਸਾਡੇ ਲਈ। ਇਹਨਾਂ ਦੇ ਵਿੱਚ ਜਿਹੜਾ ਤੁਸੀਂ ਇਕੱਲੀ ਕਵਿਤਾ ਹੀ ਲਿਖੀ ਹੈ ਜਾਂ ਕੁਝ ਹੋਰ ਵੀ ਲਿਖਿਆ? ਸਰ, ਮੈਂ ਲੇਖ ਵੀ ਲਿਖੇ ਆ, ਆਰਟੀਕਲ ਲਿਖੇ ਆ, ਅਖਬਾਰਾਂ 'ਚ, ਜਗਬਾਣੀ 'ਚ ਲੇਖ ਆ ਰਹੇ ਆ ਮੇਰੇ, ਔਰ ਸਿੱਖਿਆ ਨਾਲ ਸੰਬੰਧਿਤ ਹੈ, ਬੱਚਿਆਂ ਦੇ ਕੈਰੀਅਰ ਨੂੰ ਲੈ ਕੇ ਆ। ਫਿਰ ਅਖਬਾਰਾਂ 'ਚ ਮਿੰਨੀ ਕਹਾਣੀ ਲਿਖ ਰਹੀ ਹਾਂ ਜੀ। ਤੇ ਇਸ ਦੇ ਨਾਲ ਹੋਰ ਕੋਸ਼ਿਸ਼ ਕਰ ਰਹੀ ਹਾਂ। ਸਾਨੂੰ ਕੁਝ ਸੁਣਾਓ, ਤੁਸੀਂ ਗਾਉਂਦੇ ਬਹੁਤ ਵਧੀਆ, ਮੈਨੂੰ ਪਤਾ। ਤੁਸੀਂ ਕੋਈ ਕਵਿਤਾ ਜਾਂ ਗੀਤ ਆਪਣੇ ਮਨਪਸੰਦ ਦੱਸੋ। ਜੀ ਸਰ, ਜ਼ਰੂਰ।
ਤੁਹਾਡੇ ਆਸ਼ੀਰਵਾਦ ਨਾਲ ਜੀ ਸੂਲ ਸੁਰਾਹੀ ਦੇ ਕਵਰ ਪੇਜ ਤੇ ਮੇਰੀ ਜੋ ਇੱਕ ਰਚਨਾ ਲੱਗੀ ਸੀ ਜੀ, ਮੇਰੇ ਲਈ ਤੁਹਾਡੇ ਬਦੌਲਤ ਇਹ ਵੀ ਮਾਣ ਵਾਲੀ ਗੱਲ ਹੈ। ਬਹੁਤ ਖੁਸ਼ੀ ਦੀ ਸੋ ਗੱਲ ਮੈਂ ਹੈ। ਇਸ ਨੂੰ ਹੀ ਗੁਣਗੁਣਾਉਂਗੀ ਕਿਉਂਕਿ ਜ਼ਰੂਰ। ਇਹ ਵੀ ਔਰਤ ਦੀ ਹਾਮੀ ਭਰਦੀ ਹੈ। ਜੀ। ਜਿੱਦਾਂ ਅਸੀਂ ਔਰਤਾਂ ਦੀ ਗੱਲ ਕੀਤੀ ਆ ਕਿ ਔਰਤਾਂ ਨੂੰ ਕਿਵੇਂ ਅੱਗੇ ਆਉਣ ਦੀ ਲੋੜ ਆ, ਜੀ। ਤੇ ਉਸ ਦਾ ਹੀ ਹਾਮੀ ਭਰਦੀ ਹੋਈ ਹੈ ਇੱਕ ਰਚਨਾ ਮੈਂ ਸਾਰੀਆਂ ਭੈਣਾਂ ਦੀ ਨਜ਼ਰ ਕਰ ਰਹੀ ਹਾਂ ਆਪਦੇ ਚੈਨਲ ਦੇ ਮਾਧਿਅਮ ਨਾਲ। ਜੀ ਉਨਵਾਨ ਹੈ ਸ਼ੇਰਨੀ ਦਸ਼ਮੇਸ਼ ਦੀ। ਹਜ਼ਾਰਾਂ ਔਕੜਾਂ ਜੇ ਰਾਹਾਂ ਵਿੱਚ ਤਾਂ ਕੀ ਹੋਇਆ, ਹਜ਼ਾਰਾਂ ਔਕੜਾਂ ਜੇ ਰਾਹਾਂ ਵਿੱਚ ਤਾਂ ਕੀ ਹੋਇਆ, ਮੈਂ ਬਣ ਕੇ ਸ਼ੇਰਨੀ ਦਸ਼ਮੇਸ਼ ਦੀ ਸਭ ਜਰ ਹੀ ਜਾਵਾਂਗੀ। ਬਹੁਤ ਬਹੁਤ ਬੜਾ ਔਖਾ ਹੈ ਰਸਤਾ ਦੇਗਦਾ ਤੇ ਤੇਗਦਾ ਪਾਵੇਂ, ਬੜਾ ਔਖਾ ਹੈ ਰਸਤਾ ਦੇਗਦਾ ਤੇ ਤੇਗਦਾ ਪਾਵੇਂ, ਗੁਰੂ ਦੀ ਓਟ ਲੈ ਕੇ ਮੰਜ਼ਿਲਾਂ ਸਰ ਕਰ ਹੀ ਜਾਵਾਂਗੀ। ਗੁਰੂ ਦੀ ਓਟ ਲੈ ਕੇ ਮੰਜ਼ਿਲਾਂ ਸਰ ਕਰ ਹੀ ਜਾਵਾਂਗੀ। ਨਹੀਂ ਡਰ ਮੌਤ ਦਾ ਨਾ ਹੀ ਹੈ ਹੁਣ ਪਰਵਾਹ ਦਰਦਾਂ ਦੀ, ਨਹੀਂ ਡਰ ਮੌਤ ਦਾ ਨਾ ਹੀ ਹੈ ਹੁਣ ਪਰਵਾਹ ਦਰਦਾਂ ਦੀ, ਗੁਰੂ ਚਰਨਾਂ 'ਚ ਆਪਣਾ ਸੀਸ ਆਪੇ ਧਰ ਹੀ ਜਾਵਾਂਗੀ। ਬਹੁਤ ਖੂਬ। ਨਹੀਂ ਹਿੰਦੂ ਨਾ ਮੁਸਲਿਮ ਨਾ, ਨਹੀਂ ਹਿੰਦੂ ਨਾ ਮੁਸਲਿਮ ਸਿੱਖ ਨਾ ਹੀ ਮੈਂ ਈਸਾਈ ਹਾਂ, ਨਹੀਂ ਹਿੰਦੂ ਨਾ ਮੁਸਲਿਮ ਸਿੱਖ ਨਾ ਹੀ ਮੈਂ ਈਸਾਈ ਹਾਂ, ਕਿ ਬਣ ਇਨਸਾਨ ਸਿਜਦਾ ਧਰਤੀ ਮਾਂ ਨੂੰ ਕਰ ਹੀ ਜਾਵਾਂਗੀ। ਬਣ ਇਨਸਾਨ ਸਿਜਦਾ ਧਰਤੀ ਮਾਂ ਨੂੰ ਕਰ ਹੀ ਜਾਵਾਂਗੀ। ਜੀ ਚਲੋ ਬਲੀਏ ਮਸ਼ਾਲਾਂ ਬਣ ਕੇ ਬੁਝਦੀ ਲਾਟ ਕਿਉਂ ਰਹੀਏ। ਔਰਤ ਰਾਤ ਨੂੰ ਧੀਆਂ ਭੈਣਾਂ ਨੂੰ ਇੱਕ ਸੁਨੇਹਾ ਦੇ ਰਹੀ ਹਾਂ ਜੀ। ਚਲੋ ਬਲੀਏ ਮਸ਼ਾਲਾਂ ਬਣ ਕੇ ਬੁਝਦੀ ਲਾਟ ਕਿਉਂ ਰਹੀਏ, ਸੁਨੇਹਾ ਹਰ ਗਲੀ ਕੂਚੇ ਦੇ ਕੰਨੀ ਪਰ ਹੀ ਜਾਵਾਂਗੀ, ਸੁਨੇਹਾ ਹਰ ਗਲੀ ਕੂਚੇ ਦੀ ਕੰਨੀ ਪਰ ਹੀ ਜਾਵਾਂਗੀ, ਹਜ਼ਾਰਾਂ ਔਕੜਾਂ ਜੇ ਰਾਹਾਂ ਵਿੱਚ ਤਾਂ ਕੀ ਹੋਇਆ, ਮੈਂ ਬਣ ਕੇ ਸ਼ੇਰਨੀ ਦਸ਼ਮੇਸ਼ ਦੀ ਸਭ ਜਰ ਹੀ ਜਾਵਾਂਗੀ। ਮੈਂ ਬਣ ਕੇ ਸ਼ੇਰਨੀ ਦਸ਼ਮੇਸ਼ ਦੀ ਸਭ ਜਰ ਹੀ ਜਾਵਾਂਗੀ। ਇਹ ਤੁਹਾਡੀ ਸੋਚ ਦੀ ਲਿਖਾਇਕ ਹੈ ਕਵਿਤਾ ਕਿ ਤੁਸੀਂ ਸ਼ੇਰਾਂ ਵਾਂਗ ਹਰ ਹੌਸਲੇ ਹਰ ਜਿਹੜੀ ਮੰਜ਼ਿਲਾਂ ਨੂੰ ਪ੍ਰਾਪਤ ਕਰ ਰਹੇ ਹੋ ਔਰ ਜਰ ਰਹੇ ਆ। ਇਹ ਤੁਹਾਡੇ ਲਈ ਨਵੀਆਂ ਜਿਹੜੀਆਂ ਸਾਡੀਆਂ ਲੜਕੀਆਂ ਨੇ ਸਾਡੀਆਂ ਪੜ੍ਹਾਉਣ ਲਈ ਬੜੀ ਵੱਡੀ ਪ੍ਰੇਰਨਾ ਹੈ। ਤੁਸੀਂ ਇੱਕ ਅਧਿਆਪਕ ਆ, ਹਿੰਦੀ ਮਿਸਟਰੈਸ ਦੀ ਡਿਊਟੀ ਕਰ ਰਹੇ ਆ। ਇੱਕ ਅਧਿਆਪਕ ਹੋਣ ਦੇ ਨਾਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਅਧਿਆਪਕ ਨੂੰ ਕਿਸ ਢੰਗ ਨਾਲ ਬੱਚਿਆਂ ਨੂੰ ਸਿੱਖਿਅਤ ਕਰਨਾ ਚਾਹੀਦਾ? ਅਧਿਆਪਕ ਦਾ ਰੋਲ ਬੱਚੇ ਦੀ ਸਟੂਡੈਂਟ ਦੀ ਜ਼ਿੰਦਗੀ 'ਚ ਸਭ ਤੋਂ ਮਹੱਤਵਪੂਰਨ ਹੁੰਦਾ, ਈਵਨ ਉਹਦੇ ਮਾਤਾ ਪਿਤਾ ਤੋਂ ਵੀ ਜ਼ਿਆਦਾ ਜੀ, ਕਿਉਂਕਿ ਮਾਤਾ ਪਿਤਾ ਇੱਕ ਵਿਸ਼ਵਾਸ ਨਾਲ ਬੱਚੇ ਨੂੰ ਸਕੂਲ 'ਚ ਭੇਜ ਦਿੰਦੇ ਆ। ਹਾਂਜੀ। ਤੇ ਉਸ ਦੇ ਭਵਿੱਖ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਇੱਕ ਅਧਿਆਪਕ ਦੇ ਕੰਧਿਆਂ ਤੇ ਆ ਜਾਂਦੀ ਆ। ਜੀ। ਤੇ ਉਸ ਵੇਲੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਦੋਂ ਬੱਚਾ ਸਕੂਲ ਦੇ ਅੰਦਰ ਐਂਟਰ ਹੋ ਗਿਆ ਤੇ ਉਸ ਦੇ ਘਰ ਤੱਕ ਪਹੁੰਚਣ ਤੋਂ ਉਸ ਵੇਲੇ ਉਹ ਸਾਡਾ ਆ। ਜੀ ਜੀ। ਉਸ ਵੇਲੇ ਉਹ ਸਾਡਾ ਆ। ਅਸੀਂ ਉਹਨੂੰ ਕਿੱਦਾਂ ਮਾਰਗਦਰਸ਼ਨ ਉਹਦਾ ਕਰਨਾ, ਕਿੱਦਾਂ ਉਹਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ। ਜੇ ਉਹ ਸਾਨੂੰ ਕਿਸੇ ਗੱਲੋਂ ਵੀ ਕਮਜ਼ੋਰ ਮਹਿਸੂਸ ਹੋ ਰਿਹਾ, ਬੇਸ਼ੱਕ ਉਹ ਸਰੀਰਕ ਪੱਖ ਹੋਵੇ ਜਾਂ ਪੜ੍ਹਾਈ ਵੱਲੋਂ ਹੋਵੇ, ਤੇ ਅਸੀਂ ਉਸ ਦੀ ਬੈਕਗ੍ਰਾਉਂਡ ਤੇ ਜ਼ਰੂਰ ਜਾਣਦੇ ਹਾਂ ਕਿ ਬੇਟੇ ਕਾਰਨ ਕੀ ਆ। ਉਸ ਦੇ ਕਾਰਨਾਂ ਨੂੰ ਲੱਭ ਕੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ, ਉਹਨਾਂ ਦਾ ਪੜ੍ਹਾਈ 'ਚ ਲਿਖਾਈ 'ਚ। ਈਵਨ ਮੈਂ ਤਾਂ ਸਰ ਹੁਣ ਬੱਚਿਆਂ ਨੂੰ ਥੋੜਾ ਲਿਖਣ ਲਈ ਵੀ ਪ੍ਰੇਰਿਤ ਕਰ ਰਹੀ ਬਹੁਤ ਅੱਛੀ ਗੱਲ ਕਿ ਬੇਟੇ ਤੁਸੀਂ ਆਹ ਟੌਪਿਕ ਦਿੱਤਾ ਹੈ, ਜਿੱਦਾਂ ਮੰਨ ਲਓ ਕੋਈ ਸਵੇਰੇ ਮਾਰਨਿੰਗ ਅਸੈਂਬਲੀ 'ਚ ਬੱਚੇ ਨੇ ਬੋਲਣਾ, ਤੇ ਉਹਨੂੰ ਇੱਕ ਦਿਨ ਪਹਿਲਾਂ ਜਾਂ 2 ਦਿਨ ਪਹਿਲਾਂ ਟੌਪਿਕ ਦੇਣਾ ਕਿ ਚਾਹੇ 4 ਲਾਈਨਾਂ ਲਿਖਣੀਆਂ ਤੁਸੀਂ ਆਪੇ ਲਿਖਣਾ। ਮੈਂ ਇਸੇ ਸਵਾਲ ਤੇ ਆ ਰਿਹਾ ਸੀ ਕਿ ਆਮ ਅਧਿਆਪਕ ਸਾਹਿਤ ਨਾਲ ਨਹੀਂ ਜੁੜਿਆ ਹੈ। ਜੀ, ਤੁਸੀਂ ਇੱਕ ਸਾਹਿਤਕਾਰ ਵੀ ਹੋ ਤੇ ਅਧਿਆਪਕ ਵੀ ਹੋ। ਤੁਹਾਡੀ ਜਿਹੜੀ ਟੀਚਿੰਗ ਆ ਉਹ ਫਰਕ ਦਿਸੂਗਾ। ਉਹ ਕਿੱਦਾਂ ਦਾ ਫਰਕ ਹੈ, ਕਿਵੇਂ ਤੁਸੀਂ ਉਹਨਾਂ ਨਾਲ ਵਿਹਾਰ ਕਰਦੇ ਹੋ? ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ, ਤੁਸੀਂ ਲਿਖਣ ਪੜ੍ਹਨ ਲਈ ਵੀ ਪ੍ਰੇਰਿਤ ਕਰ ਰਹੇ ਆ, ਤੇ ਅੱਜ ਤੱਕ ਤੁਸੀਂ ਕੀ ਮਹਿਸੂਸ ਕਰਦੇ ਆ ਵੀ ਤੁਹਾਡੇ ਜੀਵਨ 'ਚ ਕੁਝ ਬੱਚੇ ਤੁਹਾਤੋਂ ਪ੍ਰੇਰਨਾ ਲੈ ਕੇ ਇਸ ਖੇਤਰ 'ਚ ਆਏ ਨੇ? ਔਰ
ਦੋ ਤਿੰਨ ਬੱਚੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਥੋੜੀ ਵੀਕਨੈਸ ਜਿਹੜੀ, ਕਿਉਂਕਿ ਉਹ ਇੰਨੇ ਅਜੇ ਨਹੀਂ ਮਾਹਿਰ ਨਹੀਂ ਹੈ, ਪਰ ਲਿਖਦੇ ਆ ਬਹੁਤ ਅੱਛਾ, ਮੈਨੂੰ ਖੁਸ਼ੀ ਹੁੰਦੀ ਹੈ। ਤੇ ਮੈਂ ਨਿੱਕੀਆਂ ਕਰੂੰਬਲਾਂ ਦੇ ਵਿੱਚ ਬੱਚਿਆਂ ਦਾ ਜਿਹੜਾ ਵਿਸ਼ੇਸ਼ ਅੰਕ ਆਇਆ ਸੀ ਉਹਦੇ 'ਚ ਭੇਜੀਆਂ ਵੀ ਸੀਗੀਆਂ, ਉਹ ਬੜੇ ਖੁਸ਼ ਵੀ ਹੋਏ ਜਦੋਂ ਉਹਨਾਂ ਨੂੰ ਦੱਸਿਆ ਗਿਆ। ਤੇ ਇਸ ਤਰ੍ਹਾਂ ਪੜ੍ਹਾਉਣ ਦੀ ਜੇ ਗੱਲ ਕਰੀਏ ਤੇ ਕਲਾਸ ਦੇ ਵਿੱਚ ਖਾਸ ਕਰਕੇ ਬੱਚਿਆਂ ਨਾਲ ਜਦੋਂ ਵੀ ਜਾ ਕੇ ਰੂਬਰੂ ਹੁੰਦੇ ਆ ਤੇ ਕੋਈ ਨਾ ਕੋਈ ਨਿੱਕੀ ਜੀ ਇੱਕ ਦੋ ਪੰਕਤੀਆਂ ਛੱਡ ਦਿੰਦੀ ਆ ਤੇ ਬੱਚਿਆਂ ਦਾ ਮਾਹੌਲ ਬਣ ਜਾਂਦਾ ਕਿ ਉਹ ਬਿਲਕੁਲ ਫਿਰ ਧਿਆਨ ਦਿੰਦੇ ਆ। ਔਰ ਫਿਰ ਮੈਂ ਕਹਿੰਦੀ ਲਓ ਜੀ ਆਹ ਗੱਲ ਮੈਂ ਬੋਲਤੀ, ਅੱਗੇ ਜੋੜੋ ਹੁਣ। ਸੋ ਆਪਣੇ ਵਿਸ਼ੇ ਨਾਲ ਜੋੜਨ ਵਾਸਤੇ ਉਹਨਾਂ ਨੂੰ ਪਹਿਲਾਂ ਇਸ ਤਰ੍ਹਾਂ ਦਾ ਮਾਹੌਲ ਦੇ, ਮਤਲਬ ਤੁਸੀਂ ਸਿਰਜਣਾ ਦਾ ਅਭਿਆਸ ਵੀ ਕਰਾਉਂਦੇ ਆ ਜੀ ਸਰ ਕਲਾਸ ਦੇ ਵਿੱਚ, ਆਪਣੀ ਇਕੱਲਾ ਪੜ੍ਹਾਉਂਦੇ ਹੀ ਨਹੀਂ, ਇਹ ਬਹੁਤ ਵਧੀਆ ਗੱਲ ਆ। ਮੈਂ ਦੇਖ ਰਿਹਾ ਵੀ ਤੁਹਾਡੇ ਘਰ ਦੇ ਮਾਹੌਲ ਦੇ ਵਿੱਚ ਫੁੱਲ ਬੂਟੇ, ਜਿਹੜਾ ਵੇਸਟ ਮਟੀਰੀਅਲ ਉਹ ਤੋਂ ਬਣਾਈਆਂ ਚੀਜ਼ਾਂ ਬਹੁਤ ਪਈਆਂ ਨੇ, ਤੇ ਇਹ ਵੀ ਤੁਹਾਡਾ ਸ਼ੌਕ ਹੈ? ਹਾਂਜੀ ਸਰ, ਇਹ ਮੇਰਾ ਸ਼ੌਕ ਹੈ ਜੀ। ਔਰ ਇਹ ਘਰੇ ਹੀ ਨਹੀਂ, ਮੈਂ ਸਕੂਲ ਦੇ ਵਿੱਚ ਵੀ ਇਹੀ ਕੁਝ ਕੀਤਾ ਹੋਇਆ। ਬੱਚਿਆਂ ਨੂੰ ਵੀ ਮੋਟੀਵੇਟ ਕਰਦੀ ਆ ਕਿ ਬੇਟੇ ਜਦੋਂ ਵੀ ਤੁਹਾਡੇ ਘਰ ਦੇ ਆਸ-ਪਾਸ ਵੀ ਜੇ ਕਹੋ ਤੇ ਜਾਂ ਘਰ ਦੇ ਵਿੱਚ ਕੁਝ ਵੀ ਵੇਸਟ ਪਿਆ ਤਾਂ ਉਸ ਨੂੰ ਅਸੀਂ ਕੂੜਾ ਨਹੀਂ ਦੇਖਣਾ, ਉਹਦੇ ਵਿੱਚੋਂ ਕ੍ਰੀਏਟੀਵਿਟੀ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਸੋ ਬੱਚੇ ਵੀ ਕੋਸ਼ਿਸ਼ ਕਰਦੇ ਆ। ਮੈਂ ਸਕੂਲ ਦੇ ਵਿੱਚ ਵੀ ਇਹਨਾਂ ਬੋਤਲਾਂ ਨੂੰ ਕੱਟ ਕੇ ਪੇਂਟ ਕਰਕੇ ਬੂਟੇ ਲਗਾਏ ਹੋਏ ਆ। ਔਰ ਇੱਥੇ ਵੀ ਨਹੀਂ ਆ ਤੁਹਾਡਾ ਅੰਦਰ ਬਾਹਰ ਜਿੱਥੇ ਵੀ ਅਸੀਂ ਦੇਖ ਰਹੇ ਹਾਂ ਫੁਲਵਾੜੀ ਤੁਹਾਡੀ ਸਾਰੀ, ਤੇ ਬਹੁਤ ਕਮਾਲ ਦਾ ਤੁਹਾਡਾ ਇਹ ਜਿਹੜੇ ਕਲਾਤਮਕ ਸ਼ੌਕ ਨੇ ਤੁਹਾਡੇ। ਇੱਕ ਤਾਂ ਇਹ ਵੇਸਟ ਮਟੀਰੀਅਲ ਵਰਤ ਰਹੇ ਤੁਸੀਂ, ਇਹ ਤੋਂ ਦੂਜੇ ਨੰਬਰ ਤੇ ਤੁਹਾਡਾ ਫੁੱਲ ਬੂਟਿਆਂ ਦਾ ਸ਼ੌਕ ਆ, ਤੀਜਾ ਤੁਹਾਡਾ ਸਿਰਜਣ ਦਾ ਸ਼ੌਕ ਆ, ਤੇ ਹੋਰ ਕੀ ਸ਼ੌਕ ਆ? ਕੁਕਿੰਗ ਦਾ ਵੀ ਸ਼ੌਕ ਆ? ਕੁਕਿੰਗ ਦਾ, ਨਿਟਿੰਗ ਦਾ, ਐਮਬਰਾਇਡਰੀ ਦਾ, ਪੇਂਟਿੰਗ ਦਾ ਜੀ, ਤੇ ਸਿੰਗਿੰਗ ਦਾ। ਵਾਹ ਜੀ, ਤੁਸੀਂ ਤਾਂ ਕਲਾ ਦਾ ਸਾਗਰ ਹੋ ਕਿ ਹਰ ਖੇਤਰ ਤੁਸੀਂ ਸ਼ਾਨਦਾਰ ਇਹ ਪ੍ਰਾਪਤੀਆਂ ਕੀਤੀਆਂ ਨੇ। ਮੈਨੂੰ ਯਾਦ ਆ ਤੁਹਾਨੂੰ ਨਵੋਦਿਆ ਕ੍ਰਾਂਤੀ ਨੇ ਨੈਸ਼ਨਲ ਅਵਾਰਡ ਦਿੱਤਾ ਸੀਗਾ, ਉਹ ਕਿਹੜੇ ਪੱਖਾਂ ਨੂੰ ਨਹੀਂ ਦੇਖ ਕੇ ਤੁਹਾਨੂੰ ਅਵਾਰਡ ਦਿੱਤਾ ਸੀ? ਉਹ ਜ਼ਿਆਦਾਤਰ ਉਹਨਾਂ ਨੇ ਇੱਕ ਤਾਂ ਮੇਰੀ ਟੀਚਿੰਗ, ਮੇਰੇ ਰਿਜ਼ਲਟ ਦੇਖੇ ਸੀ, ਦੂਜਾ ਸਕੂਲ ਦੇ ਵਿੱਚ ਮੇਰੀ ਕੀ ਯੋਗਤਾ ਵੀ ਤੇ ਯੋਗਦਾਨ ਵੀ, ਕ੍ਰੀਏਟੀਵਿਟੀ ਵੀ ਤੇ ਫਲੈਕਸ ਵਗੈਰਾ ਵੀ ਸਰ ਮੈਂ ਆਪਣੇ ਵੱਲੋਂ ਆਪਣੇ ਤੌਰ ਤੇ ਹੀ ਬਣਾ ਕੇ ਲਾਏ ਹੋਏ ਆ। ਠੀਕ ਹੈ। ਤੇ ਉਸ ਤੋਂ ਇਲਾਵਾ ਜੋ ਮੈਂ ਦੱਸਿਆ ਹੀ ਹੈ ਤੁਹਾਡੀਆਂ ਸਾਰੀਆਂ ਜਿਹੜੀਆਂ ਕਲਾਤਮਕ ਰੁਚੀਆਂ ਆ ਉਹਦੇ ਨਾਲ ਟੀਚਿੰਗ ਉਹਨੂੰ ਜੋੜ ਕੇ ਉਹਨੀ ਸਟੱਡੀ ਕਰਕੇ ਤੁਹਾਨੂੰ? ਬਿਲਕੁਲ ਸਰ, ਪੂਰਾ ਕੇਸ ਉਹਨਾਂ ਨੇ ਹਿਸਟਰੀ ਕੀਤਾ ਸੀਗਾ, ਇਸ ਮੰਗੇ ਸੀ, ਉਸ ਤੋਂ ਬਾਅਦ ਇਸ ਦੇ ਯੋਗ ਮੈਨੂੰ ਸਮਝਿਆ ਗਿਆ ਸਰ। ਬਹੁਤ ਮਾਣ ਵਾਲੀ ਗੱਲ ਆ ਸਾਡੇ ਲਈ ਕਿ ਨਵੋਦਿਆ ਕ੍ਰਾਂਤੀ ਨੇ ਤੁਹਾਨੂੰ ਨੈਸ਼ਨਲ ਅਵਾਰਡ ਦਿੱਤਾ ਹੋਇਆ ਇਹਨਾਂ ਕਲਾਤਮਕ ਸਰਗਰਮੀਆਂ ਦੇ। ਹੋਰ ਵੀ ਤੁਹਾਨੂੰ ਕਈਆਂ ਸੰਸਥਾਵਾਂ ਨੇ ਨੈਸ਼ਨਲ ਪੱਧਰ ਤੇ, ਸਟੇਟ ਪੱਧਰ ਤੇ ਦਿੱਤਾ ਹੋਇਆ ਸਨਮਾਨ, ਤੇ ਸਨਮਾਨ ਬੰਦੇ ਨੂੰ ਉਤਸ਼ਾਹਿਤ ਕਰਦੇ ਨੇ। ਤੇ ਤੁਸੀਂ ਜਿਹੜਾ ਅੱਜ ਕੱਲ੍ਹ ਲਿਖਣ ਦਾ ਜਿਹੜਾ ਸ਼ੌਕ ਆ, ਜਾਂ ਲੋਕਡਾਊਨ ਦੇ ਵਿੱਚ ਖਾਸ ਕਰਕੇ ਕਿਹੜੇ ਸ਼ੌਕ ਨਵਾਂ ਕੀ ਕੀਤਾ ਤੁਸੀਂ? ਲੋਕਡਾਊਨ ਦੇ ਦੌਰਾਨ ਲਿਖਿਆ ਤਾਂ ਆਪਾਂ ਹੈਗਾ ਹੀ ਜੀ। ਉਸ ਦੇ ਨਾਲ ਮੈਂ ਕੀ ਕੀਤਾ, ਮੇਰੇ ਜਿਹੜੇ ਨਵੇਂ ਕੁਝ ਟੀਚਰ ਸਾਹਿਬਾਨ ਸੀਗੇ ਲਿਖਣ ਦਾ ਸ਼ੌਕ ਰੱਖਦੇ ਸੀ, ਮੈਨੂੰ ਪਤਾ ਲੱਗਾ ਸੀ ਕਿ ਥੋੜਾ ਲਿਖਦੇ ਆ। ਅੱਛਾ ਜੀ। ਔਰ ਉਹਨਾਂ ਦੇ ਨਾਲ ਕੁਝ ਫੇਸਬੁੱਕ ਤੇ WhatsApp ਗਰੁੱਪਾਂ ਦੇ ਵਿੱਚ ਕੋਈ ਸਾਥੀ ਇਦਾਂ ਦੇ ਜੁੜੇ ਜਿਨ੍ਹਾਂ ਦੀਆਂ ਜ਼ਿਆਦਾਤਰ ਕਿਤਾਬਾਂ ਨਹੀਂ ਆਈਆਂ ਹੋਈਆਂ ਸੀ। ਸੋ ਮੈਂ ਉਹਨਾਂ ਨੂੰ ਕਹਿ ਲਓ ਇੱਕ ਟੀਮ ਬਣਾਈ, ਤੁਸੀਂ ਵੀ ਲਿਖੋ ਤੇ ਉਹਨਾਂ ਦੀਆਂ ਲਿਖਤਾਂ ਨੂੰ ਲੈ ਕੇ ਸਰ ਇਸ ਲੋਕਡਾਊਨ ਦੇ ਵਿੱਚ ਮੈਂ ਇੱਕ ਪੁਸਤਕ ਜ਼ਰੂਰ ਤਿਆਰ ਕਰੀ। ਵਾਹ ਜੀ, ਬੜੀ ਵੱਡੀ ਤੁਹਾਡੀ ਪ੍ਰਾਪਤੀ ਆ ਵੀ ਲੋਕਡਾਊਨ ਦੇ ਵਿੱਚ ਤੁਸੀਂ ਨਵੇਂ ਰਾਈਟਰ ਪੈਦਾ ਕਰਤੇ ਆ, ਔਰ ਉਹਨਾਂ ਦੀ ਰਾਈਟਰ ਪੈਦਾ ਹੀ ਨਹੀਂ ਕੀਤੇ, ਉਹਨਾਂ ਦੀ ਕਿਤਾਬ ਵੀ ਛਪਾਈ। ਬਹੁਤ ਖੁਸ਼ੀ ਦੀ ਗੱਲ ਆ, ਤੇ ਇਹ ਤੁਹਾਡੇ ਲਈ ਸ਼ਾਬਾਸ਼ੀ ਦਾ ਵਾਇਸ ਆ, ਮੌਕਾ ਆ ਕਿ ਦੂਜੇ ਨੰਬਰ ਤੇ ਉਹਨਾਂ ਲਈ ਸ਼ਾਬਾਸ਼ੀ ਆ ਜਿਨ੍ਹਾਂ ਨੂੰ ਤੁਸੀਂ ਉਤਸ਼ਾਹਿਤ ਕਰਕੇ ਕਿਤਾਬੀ ਰੂਪ 'ਚ ਸਮਾਜ ਲਿਆ। ਇਹ ਤੁਹਾਡੇ ਲਈ ਬੜੀ ਖੂਬੀ ਵਾਲੀ ਗੱਲ ਆ ਕਿ ਤੁਸੀਂ ਬੱਚਿਆਂ ਦੇ ਨਾਲ ਨਾਲ ਆਪਣੇ ਅਧਿਆਪਕ ਸਾਥੀਆਂ ਨੂੰ ਵੀ ਇਸ ਲਾਈਨ ਤੇ ਪਾਇਆ ਹੈਗਾ। ਤੇ ਆਪਾਂ ਜਾਂਦੇ ਇੱਕ ਖਾਸ ਕਰ ਲੜਕੀਆਂ ਆਪਣੀਆਂ ਭੈਣਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆਪਾਂ? ਮੇਰੀ ਹਰ ਗੱਲ 'ਚ ਮੇਰੀਆਂ ਲੜਕੀਆਂ, ਮੇਰੀਆਂ ਬੱਚੀਆਂ, ਮੇਰੀਆਂ ਭੈਣਾਂ ਨੂੰ ਹੀ ਸੁਨੇਹਾ ਜਾਂਦਾ ਹੈ। ਔਰ ਇਹੀ ਗੱਲ ਮੈਂ ਪਹਿਲਾਂ ਵੀ ਕਰ ਚੁੱਕੀ ਹਾਂ ਕਿ ਕਦਮ ਆਪਾਂ ਪੁੱਟਣਾ, ਦਿਸ਼ਾ ਔਰ ਦਸ਼ਾ ਦਾ ਧਿਆਨ ਜ਼ਰੂਰ ਰੱਖਣਾ, ਕਿਉਂਕਿ ਅਕਸਰ ਅਸੀਂ ਭੀੜ ਵਿੱਚ ਗਵਾਚ ਜਾਂਦੇ ਹਾਂ। ਆਪਣੇ ਰਾਹਾਂ ਨੂੰ ਆਪ ਬਣਾਈਏ, ਆਪ ਤਿਆਰ ਕਰੀਏ, ਤੇ ਇਹਦੇ ਵਾਸਤੇ ਚੰਗੀਆਂ ਸ਼ਖਸੀਅਤਾਂ ਸਾਡਾ ਜਦੋਂ ਮਾਰਗਦਰਸ਼ਨ ਕਰਦੀਆਂ ਤੇ ਬੇਫਿਕਰ ਹੋ ਕੇ ਅਸੀਂ ਆਪਣਾ ਦੂਸਰਾ ਕਦਮ ਪੱਟ ਸਕਦੇ ਹਾਂ। ਪਹਿਲ ਤੁਹਾਨੂੰ ਆਪ ਕਰਨੀ ਪਵੇਗੀ। ਬਹੁਤ ਬਹੁਤ ਸ਼ੁਕਰੀਆ ਅੰਜੂ ਵੀਰਤੀ ਜੀ, ਬਹੁਤ ਮਾਣ ਵਧਿਆ ਕਿ ਤੁਸੀਂ ਇੰਨੀਆਂ ਪ੍ਰਾਪਤੀਆਂ ਕਰ ਲਈਆਂ ਨੇ, ਔਰ ਸ਼ੁਰੂਆਤ ਤੁਹਾਡੀ ਨਿੱਕੀਆਂ ਕਰੂੰਬਲਾਂ ਤੋਂ ਹੋਈ ਸੀ, ਔਰ ਤੁਸੀਂ 17 ਕਿਤਾਬਾਂ ਦੇ ਲੇਖ ਬਣ ਕੇ ਸਾਡੇ ਨਾਲ ਬੈਠੇ ਗੱਲਬਾਤ ਕਰ ਰਹੇ ਨਿੱਕੀਆਂ ਕਰੂੰਬਲਾਂ ਚੈਨਲ ਤੇ। ਸੋ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।